सोनिहाल। सत श्रीकाल दोस्तों, प्रोग्राम गुंजा सिख फिर से तुहाडा स्वागत है। बीते दिन श्रोमणी अकाली दल दिल्ली इकाई वालों पार्टी के 100 साला स्थापना दिवस मौके पार्टी दफ्तर विखे कीर्तन समागम करवाए गए। इस मौके भाई मनोहर सिंह वालों आई हुई संगतां नूं इलाही बाणी नाल जोड़िया गया। श्रोमणी अकाली दल ਦੀ ਦਿੱਲੀ ਇਕਾਈ ਵੱਲੋਂ ਪਾਰਟੀ ਦੇ 100 ਸਾਲਾ ਸਥਾਪਨਾ ਦਿਵਸ ਦੇ ਮੌਕੇ ਤੇ ਪਾਰਟੀ ਦੇ ਦਫ਼ਤਰ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਨਾਲ ਆਮ ਸੰਗਤ ਵੱਡੀ ਗਿਣਤੀ 'ਚ ਹਾਜ਼ਰ ਹੋਈ। ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਭਾਈ ਮਨੋਹਰ ਸਿੰਘ ਜੀ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਨਹੀਂ ਬਲਕਿ ਇੱਕ ਸੋਚ ਤੇ ਇੱਕ ਜਜ਼ਬਾ ਹੈ। ਉਹਨਾਂ ਕਿਹਾ ਕਿ ਜੋ ਕੁਰਬਾਨੀ ਅਕਾਲੀ ਦਲ ਨੇ ਦੇਸ਼ ਵਾਸਤੇ ਤੇ ਕੌਮ ਵਾਸਤੇ ਦਿੱਤੀ ਹੈ, ਉਸ ਲਈ ਸਮੁੱਚੇ ਦੇਸ਼ ਨੂੰ ਹੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣਾ ਚਾਹੀਦਾ ਸੀ। ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਕਾਲੀ ਦਲ ਨੇ ਕੌਮ ਦੀ ਰਾਖੀ ਵਾਸਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਨਨਕਾਣਾ ਸਾਹਿਬ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ ਅਤੇ ਜੈਤੋਂ ਦਾ ਮੋਰਚਾ ਆਦਿ ਲਗਾ ਕੇ ਅਤੇ ਐਮਰਜੈਂਸੀ ਦਾ ਵਿਰੋਧ ਕਰਕੇ ਦੇਸ਼ ਅਤੇ ਕੌਮ ਦੀ ਰਾਖੀ ਕੀਤੀ ਅਤੇ ਇਹਨਾਂ ਸਾਰੇ ਸੰਘਰਸ਼ਾਂ ਵਿੱਚ ਕੌਮ ਦੀ ਹਮੇਸ਼ਾ ਜਿੱਤ ਹੋਈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਅਕਾਲੀ ਦਲ ਹੀ ਇੱਕ ਅਜਿਹੀ ਧਾਰਮਿਕ ਪਾਰਟੀ ਹੈ ਜਿਸ ਨੇ ਬੀਬੀਆਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਹੈ। ਜੋ ਜਾਨ ਤੁਮਰੇ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਤਿਨਕੇ ਕਾਜ ਸਵਾਰਤਾ। कैस मंगो लावे रे, एकता जन तुरी चंगे दी, एकता जन तुरी चंगे दी। करती इस मौके दिल्ली से गुरुद्वारा प्रबंधक कमेटी के प्रधान सरदार मनजिंदर सिंह सिरसा और जनरल सकत्तर हरमीत सिंह कालका ने 100 साला स्थापना दिवस मौके जिथे बधाई दी उत्थे उन्होंने पार्टी के 100 साल इतिहास से भी चानना पाया। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਪਾਂ 100 ਸਾਲਾ ਵਰ੍ਹੇਗੰਢ ਮਨਾ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਨਹੀਂ, ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਆ, ਸ਼੍ਰੋਮਣੀ ਅਕਾਲੀ ਦਲ ਇੱਕ ਜਜ਼ਬਾ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਆਵਾਜ਼ ਆ ਜਿਹੜੀ ਗੂੰਗੇ ਨੂੰ ਵੀ ਬੋਲਣ ਨੂੰ ਮਜਬੂਰ ਕਰ ਦਿੰਦੀ ਆ। ਅੱਜ ਜਦੋਂ ਆਪਾਂ 100 ਸਾਲਾ ਮਨਾ ਰਹੇ ਹਾਂ, ਮੈਨੂੰ ਬੜਾ ਇਸ ਗੱਲ ਦਾ ਅਫਸੋਸ ਵੀ ਆ, ਦੁੱਖ ਵੀ ਆ ਤੇ ਹੈਰਾਨਗੀ ਵੀ ਆ। ਅੱਜ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਸਾਨੂੰ ਨਹੀਂ ਬਲਕਿ ਦੇਸ਼ ਦੇ ਲੋਕਾਂ ਨੂੰ ਮਨਾਉਣਾ ਚਾਹੀਦਾ ਸੀ। ਦੇਸ਼ ਦੇ ਲੋਕਾਂ ਨੂੰ ਇਹ 100 ਸਾਲਾ ਕਾਂਗਰਸ ਨੂੰ ਮਨਾਉਣਾ ਚਾਹੀਦਾ ਸੀ। ਖਾਸ ਤੌਰ ਤੇ ਮੈਂ ਦੱਸਦਾ ਕਿਉਂ। ਦੇਸ਼ ਦੀ ਆਜ਼ਾਦੀ ਦੇ ਅੰਦਰ ਤੁਸੀਂ ਇਹ ਵੀ ਸੁਣ ਕੇ ਹੈਰਾਨ ਹੋ ਗਏ, ਆਪਾਂ ਨੂੰ ਆਪਣੇ ਪਿਛੋਕੜ ਦੀਆਂ ਬਹੁਤ ਸਾਰੀਆਂ ਜਾਣਕਾਰੀਆਂ ਹੀ ਨਹੀਂ। ਜਦੋਂ ਵੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਮੋਰਚਾ ਲੱਗਦਾ ਸੀ, ਉਦੋਂ ਉਹਨਾਂ ਮੋਰਚਿਆਂ ਨੂੰ ਅਕਾਲੀ ਮੋਰਚਾ ਕਿਹਾ ਜਾਂਦਾ ਸੀ। ਜੇ ਕੋਈ ਹੋਰ ਵੀ ਲਾਉਂਦਾ ਸੀ ਤਾਂ ਉਹ ਕਹਿੰਦਾ ਸੀ ਯਾਰ ਜੇ ਅਕਾਲੀ ਮੋਰਚਾ ਦਾ ਨਾਮ ਦੇ ਦਿਆਂਗੇ ਨਾ ਤੇ ਫਿਰ ਜੋਸ਼ ਭਰ ਜੂਗਾ, ਜਿਹੜੇ ਘਰਾਂ 'ਚ ਸੁੱਤੇ ਨੇ ਉਹ ਵੀ ਉੱਠ ਕੇ ਆ ਜਾਣਗੇ, ਕਿਉਂਕਿ ਉਹਨਾਂ ਦੇਖਿਆ ਯਾਰ ਅਕਾਲੀ ਦਲ ਦੀ ਏਡੀ ਤਾਕਤ ਆ। ਅਕਾਲੀ ਦਲ ਨੂੰ ਅੱਜ ਤੋਂ ਨਹੀਂ 100 ਸਾਲ ਤੋਂ ਹੀ ਮਾਰਨ ਵਾਸਤੇ, ਕਮਜ਼ੋਰ ਕਰਨ ਵਾਸਤੇ ਕੁਝੀਆਂ ਸ਼ਰਾਰਤਾਂ 100 ਸਾਲ ਤੋਂ ਚੱਲਦੀਆਂ ਪਈਆਂ ਨੇ, ਕੋਈ ਨਵੀਂ ਗੱਲ ਨਹੀਂ। ਸ਼੍ਰੋਮਣੀ ਅਕਾਲੀ ਦਲ ਜਿਵੇਂ ਮੈਂ ਤੁਹਾਨੂੰ ਕਿਹਾ ਇੱਕ ਸੋਚ ਆ। ਤੁਸੀਂ ਇਹ ਕਲਪਨਾ ਕਰਕੇ ਦੇਖੋ ਅੱਜ ਦੇ ਸਮੇਂ 'ਚ ਕਿੰਨਾ ਅੰਤਰ ਆ ਗਿਆ। मैं उन्होंने लोगों को खास तौर पर कहना चाहना है ਜਿਹੜੇ ਕੱਪੜਿਆਂ ਵਾਂਗੂ ਅੱਜ ਕੱਲ ਪਾਰਟੀਆਂ ਬਦਲਦੇ ਨੇ ਲਾਹਨਤ ਆ ਤੁਹਾਡੀ ਸੋਚ ਤੇ ਤੁਸੀਂ ਕਦੇ ਅਕਾਲੀ ਹੋ ਹੀ ਨਹੀਂ ਸਕਦੇ। ਮੈਂ ਤੇ ਕਹਿੰਦਾ ਜਿਹੜਾ ਬਦਲਣਾ ਚਾਹੁੰਦਾ ਹੈ ਨਾ ਉਹ ਆਪਣੇ ਗਲ 'ਚ ਪੱਟੀ ਪਾ ਕੇ ਨਿਕਲਿਆ ਕਰੇ ਵੀ ਮੈਂ
ਦੇਸ਼ ਦਾ ਨਹੀਂ, ਮੈਂ ਕੌਮ ਦਾ ਨਹੀਂ, ਮੈਂ ਗੁਰੂ ਦਾ ਨਹੀਂ ਹੋਇਆ, ਇਸ ਕਰਕੇ ਮੈਂ ਛੱਡ ਕੇ ਚੱਲਿਆ। ਐਸੇ ਲੋਕਾਂ ਦਾ ਕੋਈ ਸਥਾਨ ਹੀ ਨਹੀਂ ਹੋਣਾ ਚਾਹੀਦਾ ਪਾਰਟੀ ਦੇ ਅੰਦਰ। ਟਿਕਟਾਂ ਪਿੱਛੇ, ਅਹੁਦਿਆਂ ਪਿੱਛੇ, ਬੱਚੇ ਦੀ ਕਿਤੇ ਨੌਕਰੀ ਲੱਗੀ ਉਹਦੇ ਪਿੱਛੇ, ਉਹ ਸੋਚ ਕੇ ਦੇਖੋ ਸੁਰਮੁਖ ਸਿੰਘ ਝਬਾਲ ਵਰਗੇ ਲੋਕਾਂ ਵੱਲ, ਮਾਸਟਰ ਤਾਰਾ ਸਿੰਘ ਵਰਗੇ ਲੋਕਾਂ ਵੱਲ ਸੋਚ ਕੇ ਤੇ ਦੇਖੋ। ਅਕਾਲੀ ਉਹ ਕਹਾਉਂਦੇ ਸੀ। ਪਹਿਲਾਂ ਮੈਂ ਤੁਹਾਨੂੰ ਅੱਜ ਦੀਆਂ ਸਰਕਾਰਾਂ ਦੀ ਗੱਲ ਕਹਿਣਾ ਚਾਹੁੰਦਾ ਹਾਂ। ਇਸ ਸਰਕਾਰ ਨੂੰ ਇਹ ਗੱਲ ਯਾਦ ਕਰ ਲੈਣੀ ਚਾਹੀਦੀ ਆ, ਇਸ ਦੇਸ਼ ਦੇ ਅੰਦਰ ਜੋ ਇਸ ਦਾ ਨਕਸ਼ਾ, ਉਹ ਨਕਸ਼ਾ ਕਿਵੇਂ ਬਣਿਆ ਹੈ। ਇਸ ਤਰ੍ਹਾਂ ਕਿ ਜਿਸ ਵੇਲੇ ਇਸ ਦੇਸ਼ ਦੀ ਵੰਡ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ, ਉਸ ਵੇਲੇ ਇਹ ਗੱਲ ਤੈਅ ਹੋ ਚੁੱਕੀ ਸੀ ਵੀ ਇਹ ਮੁਲਕ ਨੂੰ ਦੋ ਹਿੱਸਿਆਂ 'ਚ ਵੰਡਿਆ ਜਾਏਗਾ। ਇੱਕ ਜਿਹੜੀ ਕਿ ਪਾਕਿਸਤਾਨ ਦੇ ਨਾਮ ਤੇ ਚੱਲਦਾ ਪਿਆ ਸੀ, ਔਰ ਦੂਜਾ ਜਿਹੜੇ ਕਿ ਸਿੱਖ, ਜਿਹੜੇ ਕਿ ਨਾਨ ਮੁਸਲਿਮ ਸੀ, ਉਹ ਹਿੰਦੁਸਤਾਨ ਦੇ ਮੁਲਕ ਅੰਦਰ ਰਹਿਣਾ ਪਸੰਦ ਕਰ ਰਹੇ ਸੀ। ਜਦੋਂ ਇਸ ਨੂੰ ਵੰਡ ਦੀਆਂ ਗੱਲਾਂ ਚੱਲਦੀਆਂ ਪਈਆਂ ਸੀ, ਮਾਸਟਰ ਤਾਰਾ ਸਿੰਘ ਜੀ ਨੇ, ਉਹਨਾਂ ਦੇ ਸਾਥੀਆਂ ਨੇ, ਉਸ ਵੇਲੇ ਅਕਾਲੀਆਂ ਨੇ ਬੜਾ ਵਿਰੋਧ ਕੀਤਾ ਇਹਦਾ। ਪਰ ਜਦੋਂ ਇਹ ਸਿਰੇ ਨਾ ਚੜ੍ਹਦੀ ਦਿਖੀ ਤੇ ਤੁਸੀਂ ਸੁਣ ਕੇ ਹੈਰਾਨ ਹੋਗੇ ਕਿ ਦੇਸ਼ ਦੇ ਅੰਦਰ 1946 ਚ ਇਲੈਕਸ਼ਨ ਹੋਈ ਪੰਜਾਬ ਦੀ। ਪੰਜਾਬ ਦੀ ਅਸੈਂਬਲੀ ਦੀ ਇਲੈਕਸ਼ਨ ਹੁੰਦੀ ਆ, ਸ਼ਾਇਦ 46 ਜਾਂ 45 ਦੀ ਗੱਲ ਆ, ਔਰ ਸਾਰੀਆਂ ਸੀਟਾਂ ਬਹੁਮਤ ਚ ਮੁਸਲਿਮ ਲੀਗ ਜਿੱਤ ਜਾਂਦੀ ਆ। ਹੁਣ ਤੈਅ ਹੋ ਜਾਂਦਾ ਏ ਕਿ ਮੁਸਲਿਮ ਲੀਗ ਦੀ ਸਰਕਾਰ ਬਣਨੀ ਆ, ਔਰ ਪਹਿਲਾ ਮਤਾ ਜਿਹੜਾ ਉਹਨਾਂ ਨੇ ਲੈ ਕੇ ਆਉਣਾ ਹੈ ਪੰਜਾਬ ਸੂਬਾ, ਕਿਉਂਕਿ ਉਦੋਂ ਪੰਜਾਬ ਸੂਬਾ ਜਿਹੜਾ ਸੀਗਾ ਉਹਦੇ ਅੰਦਰ ਪੰਜਾਬ ਹੋਣ ਦਾ ਵੀ, ਹਿਮਾਚਲ ਵੀ ਤੇ ਹਰਿਆਣਾ ਵੀ ਸੀਗਾ। ਸੋ ਪੰਜਾਬ ਸੂਬੇ ਦੀ ਜਿਹੜੀ ਅਸੈਂਬਲੀ ਕਨਸਟੀਟਿਊਟ ਹੋਣ ਜਾ ਰਹੀ ਸੀਗੀ, ਇਹ ਤੈਅ ਸੀਗਾ ਕਿ ਪਹਿਲਾ ਮਤਾ ਆਏਗਾ ਕਿ ਪਾਕਿਸਤਾਨ ਦਾ ਹਿੱਸਾ ਪੰਜਾਬ ਬਣੇਗਾ। ਮਾਸਟਰ ਤਾਰਾ ਸਿੰਘ ਜੀ ਨੂੰ ਇੱਕ ਗੱਲ ਸਮਝ ਆ ਗਈ ਕਿ ਜੇ ਗੋਰੇ ਇਸ ਸਾਜ਼ਿਸ਼ 'ਚ ਕਾਮਯਾਬ ਹੋ ਗਏ ਤੇ ਸਾਡਾ ਪੰਜਾਬ ਗਿਆ। ਮਾਸਟਰ ਤਾਰਾ ਸਿੰਘ ਜੀ ਆਪਣੇ ਕੁਝ 4-5 ਲੋਕਾਂ ਦੇ ਨਾਲ ਜਾਂਦੇ ਨੇ ਤੇ ਪੰਜਾਬ ਅਸੈਂਬਲੀ ਦੇ ਬਾਹਰ ਆਪਣੀ ਸ੍ਰੀ ਸਾਹਿਬ ਕੱਢ ਕੇ ਤੇ ਪਾਕਿਸਤਾਨ ਮੁਰਦਾਬਾਦ ਦਾ ਨਾਰਾ ਲਾਉਂਦੇ ਨੇ, ਮੁਸਲਿਮ ਲੀਗ ਦੇ ਝੰਡੇ ਨੂੰ ਅੱਗ ਲਾਉਂਦੇ ਨੇ ਤੇ ਹਿੰਦੁਸਤਾਨ ਦਾ ਨਾਰਾ ਲਾ ਕੇ, ਔਰ ਉਸ ਵੇਲੇ ਹਾਲਾਤ ਇਹ ਬਣ ਜਾਂਦੇ ਨੇ, ਮਾਸਟਰ ਤਾਰਾ ਸਿੰਘ ਜੀ ਦੇ ਘਰ ਅੱਗ ਲਾ ਦਿੱਤੀ ਜਾਂਦੀ ਆ। ਉੱਥੇ ਆਰਮੀ ਪਹੁੰਚਦੀ ਆ, ਅਸੈਂਬਲੀ ਦੇ ਉਸ ਗੇਟ ਤੋਂ ਲਾਇਆ ਜਾਂਦਾ ਹੈ। ਉਹ ਅਸੈਂਬਲੀ ਕਦੀ ਕਨਸਟੀਟਿਊਟ ਹੀ ਨਹੀਂ ਹੋ ਸਕੀ, ਉਹ ਅਸੈਂਬਲੀ ਕਦੀ ਬਣ ਹੀ ਨਹੀਂ ਸਕੀ, ਔਰ ਮਾਸਟਰ ਤਾਰਾ ਸਿੰਘ ਜੀ ਨੇ ਇਸ ਪੰਜਾਬ ਨੂੰ ਜੋੜ ਕੇ ਹਿੰਦੁਸਤਾਨ ਦਾ ਹਿੱਸਾ ਬਣਾਇਆ। ਅਗਲੀ ਗੱਲ, ਇਸੇ ਤਰੀਕੇ ਹਿੰਦੁਸਤਾਨ ਟਾਈਮਸ ਨੇ ਇੱਕ ਆਰਟੀਕਲ ਲਿਖਿਆ ਸੀ। ਅੱਜ ਸਾਹਿਬ ਮੈਂ ਬੜੀ ਕੋਸ਼ਿਸ਼ ਕੀਤੀ ਦੁਬਾਰਾ ਆਰਟੀਕਲ ਲੱਭਣ ਦੀ, ਔਰ ਮੈਨੂੰ ਯਾਦ ਵੀ ਨਹੀਂ ਮੈਂ ਕਿੰਨੇ ਸਾਲ ਪਹਿਲਾਂ ਪੜ੍ਹਿਆ। ਫਿਰ ਮੇਰੇ ਅੱਖਾਂ ਦੇ ਸਾਹਮਣੇ ਆਰਟੀਕਲ ਦੀ ਹੈਡਿੰਗ ਮੇਰੇ ਅੱਖਾਂ ਤੋਂ ਅਜੇ ਤੱਕ ਜਾਂਦੀ ਨਹੀਂ। ਉਹਦੀ ਹੈਡਿੰਗ ਇਹ ਸੀ ਵੀ ਇੱਕ ਜਕਾਰਾ ਤੇ ਇੱਕ ਦਸਤਾਰ ਨੇ ਇਸ ਹਿੰਦੁਸਤਾਨ ਦੇ ਨਕਸ਼ੇ ਦੇ ਅੰਦਰ ਵੈਸਟ ਬੰਗਾਲ ਔਰ ਪੰਜਾਬ ਦੀ ਸ਼ੇਪ ਦਿੱਤੀ। ਔਰ ਫਿਰ ਆਰਟੀਕਲ 'ਚ ਲਿਖਿਆ ਸੀ, ਮਾਸਟਰ ਤਾਰਾ ਸਿੰਘ ਜੀ ਦੀ ਗੱਲ ਲਿਖੀ ਸੀ, ਕਿਸ ਤਰ੍ਹਾਂ ਮਾਸਟਰ ਤਾਰਾ ਸਿੰਘ ਜੀ ਨੇ, ਆਹ ਮਾਸਟਰ ਤਾਰਾ ਸਿੰਘ ਜਿਨ੍ਹਾਂ ਦਾ ਬੁੱਤ ਆਪਾਂ ਬਾਹਰ ਰੱਖਿਆ ਹੈ, ਪਾਰਲੀਮੈਂਟ ਚਲਾਉਣ ਦੀ ਇਜਾਜ਼ਤ ਨਹੀਂ ਮਿਲੀ, ਇਹ ਮਾਸਟਰ ਤਾਰਾ ਸਿੰਘ। ਔਰ ਮੈਂ ਹੁਣ ਤੁਹਾਨੂੰ ਕਾਂਗਰਸ ਦੀ ਗੱਲ ਦੱਸਦਾ। ਮੈਂ ਕਿਉਂ ਕਿਹਾ, ਜਿਸ ਵੇਲੇ ਇਹ ਮੁਲਕ ਦੀ ਆਜ਼ਾਦੀ ਦੇ ਵਾਸਤੇ ਲੜਾਈ ਲੜੀ ਜਾ ਰਹੀ ਸੀ, ਕਾਂਗਰਸ ਦੇ ਪ੍ਰਧਾਨ ਸੀ ਪੰਡਿਤ ਮਦਨ ਮੋਹਨ ਮਾਲਵਈਆ ਜੀ। ਔਰ ਪੰਡਿਤ ਮਦਨ ਮੋਹਨ ਮਾਲਵਈਆ ਜੀ ਕਿਉਂਕਿ ਇੱਕ ਮੁਲਕ ਦੀ ਗੱਲ ਕਰਦੇ ਸੀ, ਮੁਸਲਿਮ ਲੀਗ ਦੇ ਪ੍ਰਧਾਨ ਸੀ ਉਸ ਵੇਲੇ, ਉਸ ਵੇਲੇ ਪ੍ਰਧਾਨ ਉਹ ਸੀ। ਉਹਨਾਂ ਨੇ ਕਿਹਾ ਕਿ ਤੇਰੀ ਅਸੀਂ ਮੀਟਿੰਗ ਲਾਹੌਰ 'ਚ ਹੋਣ ਨਹੀਂ ਦੇਣੀ। ਕਾਂਗਰਸ ਦਾ ਜਨਰਲ ਇਜਲਾਸ ਸੀਗਾ, ਐਗਜ਼ੈਕਟਿਵ ਦੀ ਮੀਟਿੰਗ ਸੀ। ਉਹ ਮਾਸਟਰ ਜੀ ਕੋ ਜਾਂਦੇ ਨੇ, ਮਾਸਟਰ ਜੀ ਆਹ ਘਟਨਾ ਘਟ ਗਈ ਆ। ਮਾਸਟਰ ਜੀ ਨੇ ਕਿਹਾ ਵੀ ਤੂੰ ਚਿੰਤਾ ਨਾ ਕਰ, ਜਾਓ ਕਹਿੰਦਾ ਕਹਿ ਦਿਓ, ਜਾ ਕੇ ਕਹਿੰਦਾ ਸਭ ਨੂੰ ਦੱਸ ਦਿਓ ਮਾਸਟਰ ਤਾਰਾ ਸਿੰਘ ਨੇ ਅਨਾਉਂਸ ਕਰ ਦਿੱਤਾ ਏ, ਉਹਦੇ ਸ਼ੇਰ ਉੱਥੇ ਸ੍ਰੀ ਸਾਹਿਬ ਲੈ ਕੇ ਬਾਹਰ ਖਲੋਣਗੇ, ਜਿਹਦੇ 'ਚ ਜੁਰਤ ਆ ਉਸ ਮੀਟਿੰਗ 'ਚ ਵੜ ਕੇ ਖਿਲਾਵੇ। ਸਾਰੀ ਮੁਸਲਿਮ ਲੀਗ ਜਾ ਕੇ ਸੌਂਗੀ, ਕਿਸੇ ਦੀ ਹਿੰਮਤ ਨਹੀਂ। ਜਾ ਕੇ ਉੱਥੇ ਮੀਟਿੰਗ ਹੋਈ ਤੇ ਕਾਂਗਰਸ ਪਾਰਟੀ ਬਚੀ। ਉਹ ਗੱਲ ਵੱਖਰੀ ਆ, ਜਿਨ੍ਹਾਂ ਨੇ ਸਾਡੇ ਗੱਲਾਂ 'ਚ ਟਾਇਰ ਪਾ ਕੇ ਅੱਗ ਲਾਈ ਉਹ ਹਸਾਨ ਫਰਾਮੋਸ਼ ਲੋਕ ਨੇ। ਪਰ ਮੈਂ ਉਹਨਾਂ ਦੀ ਹਸਾਨ ਫਰਾਮੋਸ਼ੀ ਦੀ ਗੱਲ ਨਹੀਂ ਕਰਦਾ, ਮੈਂ ਤੇ ਆਪਣਿਆਂ ਦੀ ਹਸਾਨ ਫਰਾਮੋਸ਼ੀ ਦੀ ਗੱਲ ਕਰਦਾ ਏ। ਅੱਜ ਕੌਣ ਅਕਾਲੀ ਖੋਣ ਲੱਗ ਪਏ, ਮਾਫ ਕਰਨਾ, ਗੁਰੂ ਸਾਹਿਬ ਦੀ ਹਾਜ਼ਰੀ 'ਚ ਗੱਲਾਂ ਕਹਿਣ ਨੂੰ ਜੀ ਨਹੀਂ ਕਰਦਾ, ਪਰ ਕਹਿਣ ਗਿਆ ਰਿਹਾ ਵੀ ਨਹੀਂ ਜਾਂਦਾ। ਜਿਹੜੇ ਗੋਲਕਾਂ ਖਾਣ ਲੱਗ ਪਏ ਉਹ ਅਕਾਲੀ ਖੋਣ ਲੱਗ ਪਏ। ਇਹ ਦੁਕਾਨਾਂ ਖੋਲ ਰਹੀਆਂ, ਕਿਆ ਅਕਾਲੀ ਦਲ ਦੁਕਾਨਾਂ ਹੋ ਸਕਦੀਆਂ? ਦੂਜੀ ਗੱਲ, ਉਹ ਤੇ ਅਕਾਲੀ ਖਵਾਉਣਾ ਤੇ ਦੂਰ ਦੀ ਗੱਲ ਆ, ਉਹ ਸਿੱਖ ਵੀ ਖਵਾਉਣ ਦੇ ਕਾਬਿਲ ਨਹੀਂ ਹੈਗਾ ਜਿਹੜਾ ਉਹਨਾਂ ਦੇ ਪੈਰਾਂ 'ਚ ਜਾ ਕੇ ਬਹਿੰਦਾ ਏ। ਜਿਨ੍ਹਾਂ ਲੋਕਾਂ ਨੇ ਸਾਡੇ ਤੇ ਹਮਲੇ ਕੀਤੇ ਹੋਣ, ਸਾਨੂੰ ਮਾਰਨ ਦਾ ਕੰਮ ਕੀਤਾ ਹੋਵੇ, ਉਹਨਾਂ ਦੇ ਗੱਲ 'ਚ ਸਰੋਪੇ ਬਣਾਉਣ ਵਾਲੇ ਲੋਕ ਅੱਜ ਕੱਲ੍ਹ ਅਕਾਲੀ ਦਲ ਨਾਮ ਰੱਖ ਕੇ ਬੈਠੇ ਨੇ। ਕਿਉਂ ਰੱਖਦੇ ਨੇ? ਇਹਨਾਂ ਨੂੰ ਲੱਗਦਾ ਜੇ ਅਕਾਲੀ ਦਲ ਖਵਾਵਾਂਗੇ ਨਾ ਫੇਰ ਇਤਬਾਰ ਬਣੂਗਾ, ਵਰਨਾ ਲੋਕਾਂ ਦਾ ਇਤਬਾਰ ਨਹੀਂ। ਇਸ ਕਰਕੇ ਤੁਹਾਡਾ ਨਾਮ ਚੋਰੀ ਕਰਦੇ ਨੇ, ਨਾਮ ਕੰਮ ਨਹੀਂ, ਨਾਮ ਚੋਰੀ ਕਰਦੇ ਆ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ, ਨਾਮ ਨਹੀਂ ਕੰਮ ਚੋਰੀ ਕਰ ਲਓ ਭਾਵੇਂ, ਕਿਉਂਕਿ ਅਕਾਲੀ ਦਲ ਜਿਹੜੀ ਆ, ਫਿਰ ਮੈਂ ਕਹਾਂ ਇੱਕ ਸੋਚ ਹੈ, ਇੱਕ ਜਜ਼ਬਾ ਹੈ। ਤੁਹਾਡੇ ਵਰਗੇ ਦਲਾਲਾਂ ਦੇ ਨਾਮ ਤੇ,
ਤੁਹਾਡੇ ਵਰਗੇ ਗੁਰੂ ਦੋਖੀਆਂ ਦੇ ਨਾਮ ਦੇ ਨਾਲ ਅਕਾਲੀ ਦਲ ਦਾ ਜਦੋਂ ਨਾਮ ਲੱਗਦਾ ਮਹਾਰਾਜ ਬੜਾ ਦੁੱਖ ਲੱਗਦਾ, ਬੜਾ ਅਫਸੋਸ ਹੁੰਦਾ। ਤੁਸੀਂ ਇਸ ਕਾਬਿਲ ਨਹੀਂ ਹੈਗੇ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਬੜੇ ਖੁਸ਼ ਨਸੀਬ ਔਰ ਭਾਗਾ ਵਾਲੇ ਹਾਂ ਕਿ ਆਪਾਂ 100 ਸਾਲਾ ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ ਮਨਾ ਰਹੇ ਹਾਂ। ਔਰ ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਭੈਣਾਂ ਨੂੰ ਕਹਿਣਾ ਚਾਹਾਂਗੀ, ਖਾਸ ਕਰਕੇ ਕਿ ਅਸੀਂ ਮਾਈ ਭਾਗੋ ਦੇ ਵਾਰਿਸ ਹਾਂ, ਮਾਤਾ ਸਾਹਿਬ ਕੌਰ ਦੇ ਵਾਰਿਸ ਹਾਂ, ਤੇ ਤੁਸੀਂ ਸਾਰਿਆਂ ਨੇ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਮੇਰੇ ਭੈਣਾਂ ਜੁੜੀਆਂ, ਵੀਰ ਵੀ ਜੁੜੇ ਨੇ, ਤੇ ਤੁਹਾਡੇ ਕੋਲ ਬੜੇ ਲੋਕ ਆਣਗੇ ਉਲਟੇ ਸਿੱਧੇ। ਬੜੇ ਲੋਕਾਂ ਨੇ ਆਣਾ ਜਿਨ੍ਹਾਂ ਨੇ ਘਰ 'ਚ ਬੈਠ ਕੇ ਆਪਣੀਆਂ ਪਾਰਟੀਆਂ ਬਣਾਈਆਂ। ਆਪਾਂ ਕਿਸੇ ਵੱਲ ਨਹੀਂ ਜਾਣਾ, ਆਪਾਂ ਇਹ ਧਿਆਨ ਰੱਖਣਾ ਹੈ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ। ਇਹ ਕੋਈ ਘਰ 'ਚ ਬਹਿ ਕੇ ਪਾਰਟੀ ਨਹੀਂ ਬਣੀ। ਇਹਦੇ ਵਾਸਤੇ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ। ਔਰ ਸਭ ਤੋਂ ਪੁਰਾਣੀ ਪਾਰਟੀ ਤੁਸੀਂ ਦੇਖੋਗੇ ਕਿ ਦੂਸਰੀ ਸਭ ਤੋਂ ਵੱਡੀ ਪਾਰਟੀ ਹੈ, 1920 ਵਿੱਚ ਬਣੀ ਸੀ। ਤੇ ਆਪਾਂ ਸਾਰੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਾਂ। ਤੁਸੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਕੀ ਹੈ ਕਿ ਜਦੋਂ ਵੀ ਕੋਈ ਮਜਲੂਮਾਂ ਦੇ ਉੱਪਰ ਅਤਿਆਚਾਰ ਹੁੰਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਸਾਡੀ ਮਦਦ ਕਰਦੀ ਹੈ, ਉਹਨਾਂ ਦੇ ਹੱਕ 'ਚ ਖੜੀ ਹੁੰਦੀ ਹੈ। 84 ਵਿੱਚ ਜਦੋਂ ਕਾਂਗਰਸ ਨੇ ਇੰਨਾ ਕਤਲੇਆਮ ਕੀਤਾ, ਜਿਹੜੀ ਸੱਤਾ 'ਚ ਪਾਰਟੀ ਉਹਨਾਂ ਨੇ ਕਿਹਾ ਸੀ ਨੀਲੀ ਪੀਲੀ ਰਹਿਣ ਨਹੀਂ ਦੇਣੀ, ਸਤਿ ਸ੍ਰੀ ਅਕਾਲ ਕਹਿਣ ਨਹੀਂ ਦੇਣੀ। ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਕਿ ਸਾਡਾ ਸੱਕਾ ਕੌਣ ਹੈ। ਸਾਡੀ ਇੱਕੋ ਹੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਜੋ ਕਿ ਸਾਡੇ ਹਿੱਤਾਂ ਵਾਸਤੇ ਸਾਡੇ ਨਾਲ ਖੜੀ ਹੁੰਦੀ ਹੈ, ਤੇ ਆਪਾਂ ਸਾਰਿਆਂ ਨੇ ਉਹਨਾਂ ਦਾ ਸਾਥ ਦੇਣਾ ਹੈ। ਔਰ ਤੁਹਾਡੇ ਕੋਲ ਇਹੋ ਜਿਹੇ ਲੋਕ ਵੀ ਆਣਗੇ ਜਿਹੜੇ ਕਿ 4 ਸਾਲ ਪਹਿਲੇ, ਤੁਸੀਂ 4 ਸਾਲ ਪਹਿਲੇ ਆਏ ਸੀ ਮੋਮਬਤੀਆਂ ਤੇ, ਜਥੇਦਾਰ ਰਣਜੀਤ ਸਿੰਘ ਜੀ ਹੁਣ ਫਿਰ ਆਣਗੇ ਜੇ ਤੁਹਾਡੇ ਕੋਲੋਂ 4 ਸਾਲ ਬਾਅਦ। 4 ਸਾਲ ਉਹ ਨਜ਼ਰ ਨਹੀਂ ਆਣਗੇ ਕਿਧਰੇ ਵੀ ਨੇ। ਹੁਣ ਇਲੈਕਸ਼ਨ ਆ ਰਹੇ ਨੇ ਤੇ ਪੰਥਕ ਵਿਚਾਰਾਂ ਹੋ ਰਹੀਆਂ ਉਹਨਾਂ ਦਾ। ਤੁਸੀਂ ਬਚਣਾ ਹੈ। ਖਾਸ ਕਰਕੇ ਮੈਂ ਆਪਣੇ ਭੈਣਾਂ ਨੂੰ ਸਮਝਾਉਣਾ ਚਾਹੁੰਦੀ ਹਾਂ ਕਿ ਤੁਹਾਡੇ ਕੋਲ ਲੋਕ ਜ਼ਰੂਰ ਆਣਗੇ, ਕਿਉਂਕਿ ਬੀਬੀਆਂ ਦੀ ਤਾਕਤ ਬਹੁਤ ਹੈ। ਜਿਹੜੇ ਪਾਸੇ ਬੀਬੀਆਂ ਚੱਲਦੀਆਂ ਉਧਰ ਜਿੱਤ ਹੁੰਦੀ ਹੈ। ਇਹ ਤੇ ਸੱਚਾਈ ਹੈ ਕਿ ਜਿਹੜੇ ਪਾਸੇ ਭੈਣਾਂ ਚੱਲਣਗੀਆਂ ਉਧਰ ਜਿੱਤ ਹੁੰਦੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਹਰਾ ਨਹੀਂ ਸਕਦਾ, ਕਿਉਂਕਿ ਸਾਡੀ ਪਾਰਟੀ ਪੰਥਕ ਪਾਰਟੀ ਹੈ। ਔਰ ਨਾਲ ਹੀ 100 ਸਾਲਾ ਸ਼ਤਾਬਦੀ ਮੈਂ ਬਹੁਤ ਵਧਾਈ ਦਿੰਦੀ ਹਾਂ। ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗੀ ਕਿ ਮੈਨੂੰ ਇਹ ਵੀ ਮਾਣ ਹੈ ਕਿ ਮੈਂ ਇੱਕ ਔਰਤ ਹਾਂ, ਤੇ ਮੈਨੂੰ ਇਹ ਵੀ ਮਾਣ ਹੈ ਕਿ ਬੀਬੀ ਜਗੀਰ ਕੌਰ ਜੀ ਨੂੰ ਤੀਜੀ ਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਬਣਾਇਆ ਹੈ। ਕਿਉਂਕਿ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਔਰਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਰਿਹਾ, ਕਿਸੇ ਹੋਰ ਨੂੰ ਮਾਨ ਨਹੀਂ ਦੇ ਰਿਹਾ। ਮੈਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਵੀ ਹਿਸਟਰੀ ਬਣੀ ਹੈ। ਅੱਜ ਤੱਕ ਕਿਸੇ ਪਾਰਟੀ ਨੇ ਕਿਸੇ ਔਰਤ ਨੂੰ ਅੱਗੇ ਨਹੀਂ ਕੀਤਾ, ਤੇ ਸ਼੍ਰੋਮਣੀ ਅਕਾਲੀ ਦਲ ਬੀਬੀਆਂ ਨੂੰ ਬਰਾਬਰ ਦੀ ਹਿੱਸੇਦਾਰੀ ਦਿੰਦੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਪਣੀ ਨਿੱਘੀ ਸਾਂਝ ਰੱਖਣ ਵਾਲੇ ਮੇਰੇ ਭਰਾ, ਮੇਰੇ ਭੈਣ, ਔਰ ਜਿੱਥੇ ਤੱਕ ਮੀਡੀਆ ਰਾਹੀਂ ਸਾਡੀ ਗੱਲਾਂ ਜਾ ਰਹੀਆਂ, ਸਮੁੱਚੇ ਖਾਲਸਾ ਪੰਥ ਨੂੰ ਮੈਂ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ। ਵਧਾਈ ਦੇ ਪਾਤਰ ਸਮੁੱਚੀ ਕੌਮ ਕਿ ਜਿਹਨੂੰ ਇਹ ਅਗਵਾਈ ਕਰਨ ਵਾਲੀ ਜਥੇਬੰਦੀ ਮਿਲੀ, ਔਰ ਜਿਸ ਤਰੀਕੇ ਦੇ ਨਾਲ 1920 ਦੇ ਵਿੱਚ ਇਹਦੀ ਸਥਾਪਨਾ ਹੋਈ, ਬਹੁਤ ਵੱਡੇ ਉਦੇਸ਼ ਰੱਖੇ ਗਏ ਸੀ ਕਿ ਕਿਸ ਉਦੇਸ਼ਾਂ ਨੂੰ ਲੈ ਕੇ ਇਸ ਜਥੇਬੰਦੀ ਦਾ ਗਠਨ ਹੋਇਆ। 15 ਨਵੰਬਰ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲੇ ਗਠਨ ਹੋਇਆ। ਗੁਰੂ ਧਾਮਾਂ ਦੀਆਂ ਸੇਵਾ ਸੰਭਾਲ ਉਸ ਕਮੇਟੀ ਨੂੰ ਦਿੱਤੀ ਗਈ, ਔਰ ਉਸ ਕਮੇਟੀ ਨੂੰ ਚਲਾਉਣ ਵਾਸਤੇ ਜਿਸ ਤਰੀਕੇ ਦੇ ਨਾਲ ਉਹਨੂੰ ਸੁਚਾਰੂ ਰੂਪ ਨੂੰ ਚਲਾਇਆ ਜਾਏ, ਉਹਦਾ ਇੱਕ ਪੋਲੀਟੀਕਲ ਵਿੰਗ ਬਣਾਇਆ ਗਿਆ, ਔਰ 14 ਦਸੰਬਰ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਤਕਰੀਬਨ 1 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਸਰਦਾਰ ਸੁਖਮੁਖ ਸਿੰਘ ਜੀ ਝਬਾਲ ਨੂੰ ਬਣਾਇਆ ਗਿਆ। ਔਰ ਸਾਡੀ ਅੱਜ ਖੁਸ਼ਕਿਸਮਤੀ ਹੈ ਕਿ ਜਿਹੜੀ ਅਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੇ ਸਾਡੇ ਬਹੁਤ ਹੀ ਪਿਆਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਜਿਹੜੇ 21ਵੇਂ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ, ਮੈਂ ਉਹਨਾਂ ਨੂੰ ਵੀ ਮੀਡੀਆ ਰਾਹੀਂ ਬਹੁਤ ਬਹੁਤ ਵਧਾਈ ਦਿੰਦਾ ਕਿ ਇਸ ਪੰਥ ਦੀ ਜਿਹੜੀ ਬਾਗਡੋਰ ਆਪ ਨੂੰ ਮਿਲੀ ਹੈ। ਬਹੁਤ ਕਾਲਨਾ ਕੀਤੀਆਂ ਸਾਡੇ ਵੱਡੇ ਵਡੇਰਿਆਂ ਨੇ, ਵੱਖ-ਵੱਖ ਪ੍ਰਧਾਨਾਂ ਨੇ ਇਸ ਅਕਾਲੀ ਦਲ ਨੂੰ ਅੱਗੇ ਵਧਾਉਣ ਵਾਸਤੇ, ਇਹਦੀਆਂ ਲੜਾਈਆਂ ਲੜਨ ਵਾਸਤੇ। ਔਰ ਜਿਸ ਤਰੀਕੇ ਦੇ ਨਾਲ ਤੁਸੀਂ ਅਗਰ ਇਤਿਹਾਸ ਦੇ ਵਿੱਚ ਝਾਤੀ ਪਾਓ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸੰਘਰਸ਼ ਦਾ ਜੀਵਨ ਬਤੀਤ ਕੀਤਾ। 100 ਸਾਲਾਂ ਦੇ ਵਿੱਚ ਬਹੁਤ ਵੱਡੇ ਵੱਡੇ ਮੋਰਚੇ ਲੱਗੇ। ਔਰ ਅਗਰ ਅਕਾਲੀ ਦਲ ਦੇ ਬਾਰੇ ਗੱਲ ਕਰੀਏ, ਜਿੱਥੋਂ ਪਹਿਲੇ ਹੀ
ਨਨਕਾਣਾ ਸਾਹਿਬ ਦਾ ਮੋਰਚਾ ਲੱਗਿਆ, ਫਿਰ ਉਸ ਤੋਂ ਬਾਅਦ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਔਰ ਇਹੋ ਜਿਹੇ ਮੋਰਚੇ ਲੱਗੇ ਕਿ ਹੈਰਾਨ ਹੋਣ ਵਾਲੀਆਂ ਗੱਲਾਂ ਹੈ ਕਿ ਅਗਰ ਤੁਸੀਂ ਇਤਿਹਾਸ ਵੱਲ ਝਾਤੀ ਮਾਰੋ ਤੇ 25-25 ਬੰਦਿਆਂ ਦਾ ਜੱਥਾ ਬਣਾਇਆ ਗਿਆ, ਸ਼ਹੀਦੀਆਂ ਦੇਣ ਵਸੇ, ਔਰ 9 ਮਹੀਨੇ ਤੱਕ ਇਹ ਜਿਹੜਾ ਜੱਥਾ ਚੱਲਦਾ ਰਿਹਾ, ਇਹ ਅਗਵਾਈ ਚੱਲਦੀ ਰਹੀ ਕੌਮ ਦੀ, ਔਰ ਮੈਂ ਸਮਝਦਾ ਕਿ ਹਮੇਸ਼ਾ ਜਿੱਤ ਹੋਈ। ਬੀਬੀਆਂ ਨੂੰ ਮਾਣ ਦੇਣ ਬਾਰੇ ਇੱਕ ਗੱਲ ਮੈਂ ਜ਼ਰੂਰ ਦੱਸਾਂਗਾ ਕਿ ਅਗਰ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲਾ VOTING ਰਾਈਟ ਅਗਰ ਕਿਸੇ ਨੂੰ ਮਿਲਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਦਿਵਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨਾਂ ਵਿੱਚ। ਉਸ ਸਮੇਂ ਦੇ ਵਿੱਚ ਕਿਸੇ ਬੀਬੀਆਂ ਨੂੰ VOTING ਰਾਈਟ ਵੀ ਨਹੀਂ ਮਿਲਦਾ ਹੁੰਦਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਹ ਲੜਾਈਆਂ ਲੜੀਆਂ ਔਰ ਇਸ ਕੌਮ ਨੂੰ ਐਸੀ ਅਗਵਾਈ ਦਿੱਤੀ ਕਿ ਜਿਹਦੇ ਕਰਕੇ ਅੱਜ ਸਾਨੂੰ ਮਾਣ ਹੁੰਦਾ ਹੈ। ਜੇ ਅਸੀਂ ਪ੍ਰਧਾਨਾਂ ਦੀ ਗੱਲ ਕਰੀਏ, ਸੰਤ ਫਤਿਹ ਸਿੰਘ ਦੀ ਗੱਲ ਕਰੀਏ, ਮਾਸਟਰ ਤਾਰਾ ਸਿੰਘ ਦੀ ਗੱਲ ਕਰੀਏ, ਬਾਬਾ ਖੜਕ ਸਿੰਘ ਦੀ ਗੱਲ ਕਰੀਏ, ਇਹਨਾਂ ਦੇ ਬਹੁਤ ਵੱਡਾ ਪਿਛੋਕੜ ਹੈ। ਮਗਰ ਸਾਡੇ ਸਾਹਮਣੇ ਜਿੰਦੀ ਜਾਤ ਦੀ ਮਿਸਾਲ ਸਾਡੇ ਬਹੁਤ ਹੀ ਹਰਮਨ ਪਿਆਰੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਜਿਨ੍ਹਾਂ ਨੇ ਕੌਮ ਦੇ ਲਈ 18 ਸਾਲ ਜੇਲ੍ਹ ਕੱਟੀ ਔਰ ਕਦੀ ਵੀ ਜ਼ਮਾਨਤਾਂ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਜ਼ਮਾਨਤ ਦੇ ਉੱਤੇ ਬਾਹਰ ਆਵਾਂ। ਇਹ ਕਾਲਨਾ ਸਾਡੇ ਬਜ਼ੁਰਗਾਂ ਨੇ ਕੀਤੀ ਅਕਾਲੀ ਦਲ ਨੂੰ ਜ਼ਿੰਦਾ ਰੱਖਣ ਵਾਸਤੇ, ਔਰ ਅਕਾਲੀ ਦਲ ਨੇ ਹਮੇਸ਼ਾ ਇਹ ਲੜਾਈ ਲੜੀ ਕੌਮ ਨੂੰ ਜ਼ਿੰਦਾ ਰੱਖਣ ਵਾਸਤੇ। ਸੋ ਮੈਂ ਸਮਝਦਾ ਕਿ ਜਿਸ ਜ਼ਿੰਮੇਵਾਰੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀਆਂ ਨੇ ਇਸ ਜਥੇਬੰਦੀ ਨੂੰ ਬਣਾਇਆ, ਔਰ ਅਸੀਂ ਕਹਿ ਸਕਦੇ ਹਾਂ ਕਿ ਪਾਰਟੀਆਂ ਪਾਣੀ ਨਾਲ ਸੀਂਚੀਆਂ ਜਾਂਦੀਆਂ, ਇਹਨੂੰ ਤੇ ਖੂਨ ਨਾਲ ਸੀਂਚੀ ਹੋਈ ਇਹ ਜਥੇਬੰਦੀ ਹੈ, ਜਿਹਨੂੰ ਤਾਂ ਹੀ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ। ਅੱਜ ਵੀ ਜੋ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਤੁਹਾਡੇ ਸਾਹਮਣੇ ਵੇ। ਜੇ ਅੱਜ ਸਾਡੇ ਕਿਸਾਨ ਭਰਾ ਦਿੱਲੀ ਦੇ ਬਾਰਡਰ ਦੇ ਵਿੱਚ ਬੈਠੇ ਆ ਤੇ ਉਹਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਗਿਣਤੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉਹਨਾਂ ਦੇ ਨਾਲ ਸਹਿਯੋਗ ਕਰ ਰਹੇ ਆ। ਸੋ ਮੈਂ ਸਮਝਦਾ ਕਿ ਜਿਹੜੀ ਵੱਡੀ ਇਸ ਲੜਾਈ ਦੇ ਵਿੱਚ ਸਾਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਮਿਲੀ ਹੈ, ਉਹ ਤੁਹਾਡੇ ਸਾਹਮਣੇ ਬਖੂਬੀ ਅਸੀਂ ਨਿਭਾਈ। ਮੈਂ ਸਮਝਦਾ ਕਿ ਅੱਗੇ ਆਉਣ ਵਾਲੀ ਲੜਾਈਆਂ ਬਹੁਤ ਡਿਫਿਕਲਟ ਹੋਣੀਆਂ, ਕਿਉਂਕਿ ਇੱਕ ਪਾਸੇ ਅਕਾਲੀ ਦਲ ਇਕੱਲਾ ਖੜਾ ਹੋਣਾ ਹੈ ਔਰ ਦੂਜੇ ਪਾਸੇ ਝੂਠੇ ਹਮਲੇ ਕਰਨ ਵਾਲੇ ਪਾਰਟੀਆਂ ਵੱਖ-ਵੱਖ ਤੁਹਾਡੇ ਤੇ ਨਿਸ਼ਾਨਾ ਸਾਧਣਗੀਆਂ। ਮਗਰ ਗੁਰੂ ਦੀ ਰਹਿਮਤ ਸਦਕਾ, ਗੁਰੂ ਦੀ ਓਟ ਆਸਰਾ ਲੈ ਕੇ ਜਿਹੜੀ ਅਸੀਂ ਅਗਵਾਈ ਪਹਿਲੇ ਕੌਮ ਦੀ ਕਰ ਰਹੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਮੈਨੂੰ ਬਿਲਕੁਲ ਉਮੀਦ ਹੈ ਸਾਰਿਆਂ ਨੇ ਮਿਲ ਕੇ ਆਉਣ ਵਾਲੀ ਇਸ ਲੜਾਈ ਨੂੰ ਵੀ ਅੱਗੇ ਆਪਣਾ ਫਰਜ਼ ਸਮਝਦੇ ਹੋਏ ਅਸੀਂ ਲੜਨਾ ਹੈ। ਸ਼੍ਰੋਮਣੀ ਅਕਾਲੀ ਦਲ ਦਾ 100ਵੀਂ ਵਰ੍ਹੇਗੰਢ ਮਨਾਈ ਹੈ। ਪਿਛਲੇ 8 ਸਾਲਾਂ ਤੋਂ ਗੁਰੂ ਸਾਹਿਬ ਦੀ ਕਿਰਪਾ ਸਦਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਵੀ ਗੁਰੂ ਸਾਹਿਬ ਦੀ ਕਿਰਪਾ ਸਦਕੇ ਝੋਲੀ 'ਚ ਹੈ। ਅੱਜ ਸਾਰਿਆਂ ਨੇ ਅਰਦਾਸ ਕੀਤੀ ਹੈ, ਸਾਰਿਆਂ ਨੇ ਮਿਲ ਕੇ ਕਿ ਮਹਾਰਾਜ ਬਖਸ਼ਿਸ਼ ਕਰਨ, ਜਿਵੇਂ 100 ਸਾਲ ਗੁਰੂ ਨੇ ਕਿਰਪਾ ਕੀਤੀ ਹੈ, ਆਉਣ ਵਾਲੇ ਸਮੂਹ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰ੍ਹਾਂ ਗੁਰੂ ਸਾਹਿਬ ਕਿਰਪਾ ਕਰਨ। ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਸਾਰੇ ਅਸੀਂ ਇਸ ਪਾਰਟੀ ਨਾਲ ਜੁੜ ਕੇ ਗੁਰੂ ਘਰ ਦੀ ਸੇਵਾਵਾਂ ਕਰਦੇ ਰਹੀਏ। ਮੈਂ ਬੇਨਤੀ ਕਰਾਂਗਾ ਸਾਡੇ ਸਰਪ੍ਰਸਤ ਹਿੱਤ ਸਾਹਿਬ ਇੱਥੇ ਪਹੁੰਚੇ ਹਨ, ਸਤਿਕਾਰਯੋਗ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਸਾ ਜੀ, ਹੋਰ ਸਾਡੇ ਸਤਿਕਾਰਯੋਗ ਮੈਂਬਰ ਸਭ ਸਾਰੇ ਪਹੁੰਚੇ ਹਨ। ਸਾਰਿਆਂ ਨੂੰ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਜੀ ਆਇਆਂ ਨੂੰ ਆਖਣਾ, ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਸਾਰੇ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢਿਆ। ਸਾਰਿਆਂ ਨੂੰ ਤਹਿ ਦਿਲੋਂ ਕੋਟਾਨ ਕੋਟ ਧੰਨਵਾਦ ਤੇ ਜੀ ਆਇਆਂ ਨੂੰ ਤੇ ਲੱਖ ਲੱਖ ਵਧਾਈਆਂ। ਅੱਜ ਤੁਸੀਂ ਮੁਬਾਰਕ ਦੇ ਪਾਤਰ ਹੋ ਸਾਰੇ, ਕਿਉਂਕਿ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰਨ ਦੇ ਮਹਾਵਾਕ ਅਨੁਸਾਰ ਉਹ ਹੀ ਕੌਮਾਂ ਜੀਦੀਆਂ ਰਹਿੰਦੀਆਂ ਜਿਨ੍ਹਾਂ ਦਾ ਇਤਿਹਾਸ ਹੋਵੇ ਤਾਂ ਇਤਿਹਾਸ ਦੱਸਿਆ ਜਾਵੇ। ਜਿਨ੍ਹਾਂ ਕੌਮਾਂ ਦਾ ਇਤਿਹਾਸ ਹੀ ਮੁੱਕ ਗਿਆ, ਕੌਮਾਂ ਦੇ ਆਪੇ ਮੁੱਕ ਜਾਂਦੀਆਂ। ਅੱਜ ਸਾਰਾ ਪੰਜਾਬ, ਸਾਰੀ ਮੁਲਕ ਦੇ ਵਿੱਚ ਹੀ ਅਕਾਲੀ ਦਲ ਦੇ ਜਿੰਨੇ ਪੈਰੋਕਾਰ ਨੇ ਉਹ ਜਗ੍ਹਾ ਜਗ੍ਹਾ ਤੇ ਮਨਾ ਰਿਹਾ, ਤੇ ਪਰ ਸਭ ਤੋਂ ਵੱਡਾ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਮਨਾਇਆ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ, ਇਹ ਗੱਲ ਜਿਹੜੀ ਸਰਸਾਂ ਨੇ ਦੱਸੀ, ਇੱਕ ਵਾਕਿਆ ਇਹ ਕੋਈ ਜਥੇਬੰਦੀ ਨਹੀਂ, ਇਹ ਇੱਕ ਸੋਚ ਆ। ਤੇ ਸੋਚ ਨੂੰ ਮਾਰਦਿਆਂ ਮਾਰਦਿਆਂ ਇਹਨਾਂ ਨੂੰ 100 ਸਾਲ ਲੰਘ ਗਿਆ ਤੇ ਸੋਚ ਮਰੀ ਨਹੀਂ, ਨਾ ਇਹ ਮਰਨੀ ਆ। ਸੋਚ ਨਹੀਂ ਕਦੀ ਮਰਦੀ ਹੁੰਦੀ, ਜੇ ਸੋਚ ਹੀ ਮਰ ਗਈ ਤੇ ਗੱਲ ਮੁੱਕ ਗਈ। ਫਿਰ ਇਹ ਸ਼੍ਰੋਮਣੀ ਅਕਾਲੀ ਦਲ ਜਿੰਨੀਆਂ ਨੇ ਕੁਰਬਾਨੀਆਂ ਕੀਤੀਆਂ, ਇਹਦਾ ਇਤਿਹਾਸ ਕਿਤਾਬਾਂ ਭਰੀਆਂ ਪਈਆਂ। ਤੇ ਸ਼ਹੀਦਾਂ ਦੀ ਜਥੇਬੰਦੀ ਇਸ ਕਰਕੇ ਕਿਹਾ ਜਾਂਦਾ ਕਿ ਇਹਦੇ 5 ਸਾਲ ਮੋਰਚੇ ਲੱਗੇ ਤੇ 5 ਸਾਲ ਮੋਰਚਿਆਂ ਦੇ ਵਿੱਚ
500 ਸਿੰਘ ਸ਼ਹੀਦ ਹੋਇਆ ਇਹਦੇ 'ਚ, ਤੇ ਫਿਰ ਜਾ ਕੇ ਇਹ ਕਮੇਟੀ, ਇਹ ਕਾਨੂੰਨ ਜਿਹੜਾ ਸੀ ਬਣਾਇਆ, ਇਹ ਹੋਂਦ ਵਿੱਚ ਆਇਆ। ਇਹ ਐਵੇਂ ਨਹੀਂ ਫਟਾਫਟ ਬਣ ਜਾਂਦੇ ਕਾਨੂੰਨ। ਇਹ ਕਾਨੂੰਨ ਦੇ ਪਿੱਛੇ ਲੱਗੇ ਨਾ, ਕਿੱਦਾਂ ਉੱਥੇ ਚੀਕਾਂ ਪੈ ਰਹੀਆਂ। ਤੇ ਕੀ ਕਰਦੀ ਹੈ ਸਰਕਾਰ? ਉਹ ਗੋਰਿਆਂ ਦੀ ਸਰਕਾਰ ਸੀ ਜਦੋਂ ਆਪਾਂ ਕਾਨੂੰਨ ਬਣਾਇਆ ਸੀ, ਇਹ ਘਰ ਦੀ ਸਰਕਾਰ ਆ ਜਿੱਥੇ ਚੀਕਾਂ ਪੈਣੀਆਂ ਆ। ਫਰਕ ਇਹ ਆ ਕਿ ਜੇ ਇੱਥੇ ਵੀ ਇਦਾਂ ਹੀ ਹੋਣੀ ਸੀ ਤਾਂ ਇੰਨੀਆਂ ਕਰਵਾਉਣੀਆਂ ਉਦੋਂ ਦੇਣ ਦੀ ਕੀ ਲੋੜ ਸੀ। ਅਸਲ ਗੱਲ ਹੋਰ ਹੈ। ਅਸਲ ਗੱਲ ਇਹ ਆ ਕਿ ਜਿਹੜੇ ਲੋਕ ਚੜ੍ਹਦੀ ਕਲਾ ਵਾਲੇ ਹੁੰਦੇ ਉਹਨਾਂ ਤੋਂ ਸਾਰੇ ਡਰਦੇ ਹੁੰਦੇ ਆ। ਜਿਨ੍ਹਾਂ ਲੋਕਾਂ ਨੇ ਅੰਗਰੇਜ਼ ਨੂੰ ਭਜਾਇਆ ਸੀ ਇੱਥੋਂ, ਜਿਨ੍ਹਾਂ ਸਿੱਖਾਂ ਨੇ 90% ਕੁਰਬਾਨੀਆਂ ਵਾਲਿਆਂ ਨੇ, ਜਿਹੜੇ ਫਾਂਸੀਆਂ ਦੇ ਰਸਤੇ ਚੜ੍ਹੇ ਸੀ, ਇਹ ਉਦੋਂ ਤੋਂ ਬੱਲੇ ਬੱਲੇ ਹੋਈ। 1929 ਵਿੱਚ ਕਾਂਗਰਸ ਦਾ ਸੈਸ਼ਨ ਹੋਇਆ ਲਾਹੌਰ ਦੇ ਵਿੱਚ, ਸਭ ਤੋਂ ਵੱਡਾ ਹਿੰਦੁਸਤਾਨ ਦਾ ਪਹਿਲਾ। ਉਸ ਸੈਸ਼ਨ ਦੇ ਵਿੱਚ ਪਹਿਲੀ ਵਾਰੀ ਪਾਸ ਕੀਤਾ ਮਹਾਤਮਾ ਗਾਂਧੀ ਨੇ ਕਿ ਹਿੰਦੁਸਤਾਨ ਦੀ ਸੰਪੂਰਨ ਆਜ਼ਾਦੀ, ਪਹਿਲਾਂ ਕਿਸੇ ਨੇ ਮੁੱਛੀ। ਇੱਧਰ 29 ਤਰੀਕ ਨੂੰ ਇਹਨਾਂ ਨੇ ਕੀਤਾ, ਤੇ 30 ਤਰੀਕ ਨੂੰ ਬਾਬਾ ਖੜਕ ਸਿੰਘ ਪ੍ਰਧਾਨ ਸੀ ਉਸ ਵੇਲੇ ਅਕਾਲੀ ਦਲ ਦਾ, ਉਹਨੇ ਲਾਹੌਰ ਦੇ ਵਿੱਚ ਇੱਕ ਜਲੂਸ ਕੱਢਿਆ। ਉਹ ਜਲੂਸ ਇਹੋ ਜਿਹਾ ਕੱਢਿਆ ਸੀ ਕਿ ਕੋਈ ਸਿੱਖ ਬੱਚਾ ਜਾਂ ਔਰਤ ਜਾਂ ਬੰਦਾ ਇੱਕ ਵੀ ਘਰ 'ਚ ਨਹੀਂ ਰਿਹਾ। ਤੇ ਜਿਹੜੀ ਕਾਂਗਰਸ ਦੀ ਸਭ ਵੱਡੀ ਉਹ ਕਾਨਫਰੰਸ ਜੀ ਬਣ ਗਈ। ਐਡਾ ਵੱਡਾ ਸਿੱਖਾਂ ਦਾ, ਅਕਾਲੀਆਂ ਦਾ ਉੱਥੇ ਦਬਦਬਾ ਬਣਿਆ। ਇਹ ਘਬਰਾ ਗਿਆ ਸਰਬ, ਇਹ ਕੀ ਬਣ ਗਿਆ। ਉਸੇ ਦਿਨ ਰਾਤ ਨੂੰ ਮਦਨ ਮੋਹਨ ਮਾਲਵੀਆ, ਪਟੇਲ, ਨਹਿਰੂ, ਗਾਂਧੀ ਬਾਬਾ ਖੜਕ ਸਿੰਘ ਦੇ ਰਾਤ ਨੂੰ ਘਰ ਗਏ, ਜਾ ਕੇ ਆਖਿਆ ਤੁਸੀਂ ਐਡਾ ਵੱਡਾ ਜਲੂਸ ਕੱਢ ਦਿੱਤਾ ਹੈ ਤੇ ਅਸੀਂ ਹੁਣ ਜੋ ਤੁਸੀਂ ਕਹੋ ਉਹ ਦਿਆਂਗੇ, ਜਿੱਥੋਂ ਦੀ ਬੰਨਾ ਪਾਉਣਾ ਪਾ ਦਿਓ, ਪਹਿਲਾਂ ਤੁਹਾਡੀ ਗੱਲ ਹੋਊ, ਬਾਅਦ ਸਾਡੇ ਹੋਊ। ਤੇ ਉਹ ਬੰਨਾ ਜਦੋਂ ਪਾਉਣ ਦੀ ਵਾਰੀ ਆਈ, ਜੋ ਆਜ਼ਾਦੀ ਆ ਗਈ ਤੇ ਇਹ ਦੇਸ਼ ਆਜ਼ਾਦ ਹੋ ਗਿਆ। ਤੇ ਇੱਥੇ ਆ ਗਿਆ ਜੀ ਮਾਸਟਰ ਜੀ, ਚਲੀਏ ਆਪਣੇ ਭਰਾਵਾਂ ਕੋਲ, ਹੁਣ ਆਪਾਂ ਜਾ ਕੇ ਆਪਣਾ ਹਿੱਸਾ ਲੈਣਾ, ਹੁਣ ਸਾਡਾ ਸੂਬਾ ਬਣ ਜਾਣਾ। ਉਹ ਕਹਿੰਦੇ ਭਾਈ ਸਾਹਿਬ ਦੱਸੋ ਸਾਡਾ ਵਾਅਦਾ ਸੀ ਤੁਹਾਡਾ, ਦਿਓ ਸਾਨੂੰ। अरे मास्टर जी क्या बात करते हैं, वो वक्त और था अब वक्त और है। श्रोमणी अकाली दल वर्गी पार्टी, देखो कि श्रोमणी कमेटी बनाई 100 साल अज तक ये जुरत नहीं पई उधर मुँह करती। सिखा ने अपनी होंद विखाई आ, बड़े मोर्चे लगे, उस तो बाद इलैक्शनां हुई, नहीं हरे सके। अपना इतिहास पढ़े कि हर 20 साल बाद साढ़े ते मुसीबत आउंदी आ। ये पार्टी ਯੋਧਿਆਂ ਦੀ ਪਾਰਟੀ ਆ, ਮਰਦਾਂ ਦੀ ਪਾਰਟੀ। ਜਿਹੜੇ ਛੱਡ ਕੇ ਤੁਰ ਗਏ ਨਾ, ਤੁਸੀਂ ਇਹ ਦੇਖਣਾ ਦਾ ਹਾਲ ਕੀ ਹੁੰਦਾ। ਪਾਰਟੀ ਦਾ ਸਾਥ ਦੇਣਾ, ਪਾਰਟੀ ਦੇ ਨਾਲ ਚੱਲਣਾ, ਲਗਨ ਦੇ ਨਾਲ ਕੰਮ ਕਰੋ, ਸਾਰੇ ਇਕੱਠੇ ਹੋ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ 'ਚ ਰੋਜ਼ ਧਰਨੇ ਤੇ ਬੈਠੇ ਕਿਸਾਨਾਂ ਲਈ ਜਿੱਥੇ ਲੰਗਰ ਲਾਏ ਜਾ ਰਹੇ ਨੇ, ਉੱਥੇ ਹੀ ਕਿਸਾਨਾਂ ਲਈ ਤਰਪਾਲਾਂ ਤੇ ਹੋਰ ਲੋੜੀਂਦੀ ਸਮੱਗਰੀ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਦਿੱਲੀ ਕਮੇਟੀ ਕਿਸਾਨਾਂ ਦੇ ਨਾਲ ਖੜੀ ਹੈ ਤੇ ਹਰ ਸੰਭਵ ਮਦਦ ਕਰੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ 'ਚ ਰੋਸ ਧਰਨੇ ਤੇ ਬੈਠੇ ਕਿਸਾਨਾਂ ਲਈ ਜਿੱਥੇ ਲੰਗਰ ਲਗਾਏ ਜਾ ਰਹੇ ਨੇ, ਉੱਥੇ ਹੀ ਕਿਸਾਨਾਂ ਲਈ ਤਰਪਾਲਾਂ ਅਤੇ ਹੋਰ ਲੋੜੀਂਦੀ ਸਮੱਗਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਦਿੱਲੀ ਕਮੇਟੀ ਕਿਸਾਨਾਂ ਦੇ ਨਾਲ ਖੜੀ ਹੈ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਦਿੱਲੀ 'ਚ ਰੋਸ ਧਰਨੇ ਤੇ ਬੈਠੇ ਕਿਸਾਨਾਂ ਲਈ ਮੱਛਰਦਾਨੀ ਦਾ ਪ੍ਰਬੰਧ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਦਿਨ ਤੋਂ ਲੰਗਰਾਂ ਦੀ ਸੇਵਾ, ਦਵਾਈਆਂ ਦੀ ਸੇਵਾ ਔਰ ਬਿਸਤਰਿਆਂ ਦੀ ਸੇਵਾ ਚੱਲ ਰਹੀ ਹੈ। ਇਹਦੇ ਨਾਲ ਹੀ ਸੌਣ ਵਾਸਤੇ ਵੀ ਇੱਥੇ ਕਾਫੀ ਲੋਕਾਂ ਦਾ ਇੰਤਜ਼ਾਮ ਕੀਤਾ ਗਿਆ, ਬੀਬੀਆਂ ਵਾਸਤੇ ਵੱਖਰਾ ਔਰ ਜੈਂਟਸ ਵਾਸਤੇ ਵੱਖਰਾ। ਮੈਂ ਕੱਲ ਰਾਤੀ ਵੀ ਇੱਥੋਂ 12 ਵਜੇ ਗਈ ਸੀ ਤੇ ਅੱਜ ਵੀ ਮੈਂ ਦੇਖਿਆ ਕਿ ਜਿੱਥੇ ਸਾਨੂੰ ਲੋੜ ਲੱਗ ਰਹੀ ਹੈ, ਕਿ ਜਿੱਥੇ ਥੋੜੀ ਤਰਪਾਲਾਂ ਦੀ ਹੋਰ ਜ਼ਰੂਰਤ ਹੈ, ਜਿਸ ਨਾਲ ਕਿ ਹਵਾ ਅੰਦਰ ਨਾ ਆ ਸਕੇ, ਤੇ ਉਹਦਾ ਪ੍ਰਬੰਧ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਉਂਕਿ ਠੰਡ ਬਹੁਤ ਹੈ, ਅਸੀਂ ਤਾਂ ਆਪਣੇ ਘਰਾਂ 'ਚ ਆਰਾਮ ਨਾਲ ਸੋ ਜਾਂਦੇ ਹਾਂ, ਲੇਕਿਨ ਇੱਥੇ ਦਿਨੇ ਆਓ ਤੇ ਰੌਣਕ ਲੱਗਦੀ ਹੈ, ਪਰ ਅਸਲੀ ਜਿਹੜੀ ਕਮੀ ਰਾਤੀ ਪਤਾ ਲੱਗਦੀ ਹੈ ਕਿ ਰਾਤੀ ਸਾਨੂੰ ਦੇਖਣਾ ਪੈਂਦਾ ਵੀ ਕਿੱਥੇ ਕਿਹੜੀ ਜ਼ਰੂਰਤ ਹੈ, ਤੇ ਅਸੀਂ ਉਸ ਜ਼ਰੂਰਤ ਨੂੰ ਪੂਰਾ ਕਰ ਰਹੇ ਹਾਂ ਕਿ ਲੋਕ ਇੱਥੇ ਜਿੰਨੇ ਵੀ ਸਾਡੇ ਭੈਣ ਭਰਾ ਸੌਂਦੇ ਉਹਨਾਂ ਨੂੰ ਠੰਡ ਨਾ ਲੱਗੇ, ਵੀ ਠੰਡ ਤੋਂ ਬਚਾਇਆ ਜਾ ਸਕੇ। ਹਾਂਜੀ ਬਿਲਕੁਲ, ਜਿੰਨਾ ਵੀ ਸਾਡੇ ਕੋਲ ਹੋ ਸਕੇਗਾ ਅਸੀਂ ਬੈਸਟ ਜੋ ਜ਼ਰੂਰਤ ਹੈ ਇਹਨਾਂ ਨੂੰ, ਜਿਸ ਤਰ੍ਹਾਂ ਬਿਸਤਰਿਆਂ ਦੀ, ਕੰਬਲਾਂ ਦੀ, ਔਰ ਮੈਨੂੰ ਲੱਗਦਾ ਹੀਟਰ ਦੀ ਵੀ ਲੋੜ ਹੈ ਇਸ ਤਰ੍ਹਾਂ ਦੀ, ਜਿਹੜੀ ਕਿਉਂਕਿ ਠੰਡ ਹੁਣ ਬਹੁਤ ਵੱਧ ਗਈ ਹੈ। ਜਿਹੜੀ ਚੀਜ਼ ਦੀ ਜ਼ਰੂਰਤ ਲੱਗੇਗੀ ਸਾਨੂੰ, ਅਸੀਂ ਜ਼ਰੂਰਤ ਅਨੁਸਾਰ ਇਹਨਾਂ ਨੂੰ ਦਾਂਗੇ, ਔਰ ਆਪਾਂ 24 ਘੰਟੇ ਇਹਨਾਂ ਦੇ ਨਾਲ ਹਾਂ ਹਰ ਤਰੀਕੇ ਨਾਲ। ਕਿਉਂਕਿ ਸਾਡੇ ਭੈਣ ਭਰਾ ਬੱਚੇ ਜਿਹੜੇ ਕਿ ਇੰਨੀ ਦੂਰੋਂ ਚੱਲ ਕੇ ਆਏ ਨੇ, ਪੰਜਾਬ ਤੋਂ ਵੀ ਆਏ ਨੇ, ਯੂਪੀ ਤੋਂ ਆਏ ਨੇ, ਰਾਜਸਥਾਨ ਤੋਂ ਆਏ ਨੇ, ਤੇ ਸਾਡੀ ਇੱਕ ਡਿਊਟੀ ਬਣਦੀ ਹੈ ਕਿ ਆਪਾਂ ਸੇਵਾ ਕਰੀਏ, ਕਿਉਂਕਿ ਸਾਡੀ ਸੰਸਥਾ ਦਾ ਕੰਮ ਹੀ ਹੈ ਕਿ ਆਪਾਂ ਸੇਵਾ ਕਰਨੀ ਹੈ। ਤੇ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਜਿੱਥੇ ਲੋੜ ਹੈ ਇਨਸਾਨੀਅਤ ਔਰ ਮਾਨਵਤਾ ਦੇ ਨਾਤੇ ਆਪਾਂ ਉਸ ਜ਼ਰੂਰਤ ਨੂੰ ਪੂਰਾ ਕਰੀਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਮੀਤ ਸਿੰਘ ਕਾਲਕਾ ਨੇ ਕਿਸਾਨ ਸੰਘਰਸ਼ ਲਈ ਆਪਣੀ ਕੁਰਬਾਨੀ ਦੇਣ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਸਿੰਗੜਾ ਵਾਲਿਆਂ ਦੇ ਦੇਹਾਂਤ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਉਹਨਾਂ ਕਿਹਾ ਕਿ ਇਸ ਅੰਦੋਲਨ ਨੇ ਸਮੁੱਚੇ ਦੇਸ਼ ਦੀ ਆਤਮਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਸਾਨੀ ਸੰਘਰਸ਼ ਲਈ ਆਪਣੀ ਕੁਰਬਾਨੀ ਦੇਣ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਸਿੰਘੜਾ ਵਾਲਿਆਂ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਸਮੁੱਚੇ ਦੇਸ਼ ਦੀ ਆਤਮਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਦਾ ਵੇਰਵਾ ਦਿੰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਖਾਲਸਾ ਜੀ, ਬਹੁਤ ਹੀ ਦੁੱਖ ਦੀ ਇੱਕ ਖਬਰ ਆ। ਕਿੰਨਾ ਅਲਫਾਜ਼ਾਂ ਨਾਲ ਬੋਲਿਆ ਜਾਵੇ ਇਹ ਵੀ ਨਹੀਂ ਸਮਝ ਆ ਰਿਹਾ। ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਐਸੇ ਮਹਾਪੁਰਖ ਜਿਨ੍ਹਾਂ ਨੇ ਮਾਨਵਤਾ ਦੀ ਅਣਥੱਕ ਸੇਵਾ ਕੀਤੀ, ਅੱਜ ਉਹ ਅਕਾਲ ਚਲਾਣਾ ਕਰ ਗਏ। ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ। ਇਸ ਦੁੱਖ ਦੇ ਅੰਦਰ ਕਿ ਉਹਨਾਂ ਨੇ ਕਿਹਾ ਕਿ ਮੇਰੇ ਤੋਂ ਕਿਸਾਨਾਂ ਦਾ ਇਹ ਦਰਦ ਦੇਖਿਆ ਨਹੀਂ ਜਾ ਰਿਹਾ, ਮੇਰੇ ਤੋਂ ਇਹ ਕਿਸਾਨਾਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ। ਜ਼ੁਲਮ ਸਹਿਣਾ ਵੀ ਤੇ ਜ਼ੁਲਮ ਕਰਨਾ ਵੀ ਦੋਵੇਂ ਹੀ ਪਾਪ ਆ। ਔਰ ਇਹ ਚਿੱਠੀ ਲਿਖ ਕੇ ਉਹਨਾਂ ਨੇ ਆਤਮਦਾਹ ਕਰ ਲਿਆ, ਅਕਾਲ ਚਲਾਣਾ ਕਰ ਗਏ। ਉਸ ਅਕਾਲ ਪੁਰਖ ਦੇ ਚਰਨਾਂ ਚ ਆ ਵਿਰਾਜੇ। ਮੈਂ ਆਪਣੇ ਸਾਰੇ ਕਿਸਾਨ ਵੀਰਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਨਿਮਾਣਾ ਸੇਵਾਦਾਰ ਹੋਣ ਦੇ ਨਾਤੇ ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਜੋਦੜੀ ਕਰਦਾ ਹਾਂ, ਆਪਣੇ ਤੇ ਸੰਯਮ ਰੱਖੋ। ਬੜੀ ਤੇਜ਼ੀ ਨਾਲ ਇਹ ਫੋਨ ਆਉਣ ਲੱਗ ਪਏ, ਤੇਜ਼ੀ ਨਾਲ ਇਹ ਚਿੱਠੀ ਚੱਲਣ ਲੱਗ ਪਈ। ਕੋਈ ਆਪਣਾ ਸੰਯਮ ਨਾ ਖੋਵੇ। ਕੋਈ ਸ਼ਰਾਰਤੀ ਕੋਈ ਬਹੁਤ ਵੱਡੀ ਸ਼ਰਾਰਤ ਕਰ ਸਕਦਾ ਹੈ, ਕੋਈ ਬਹੁਤ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਇਸ ਦੇ ਮੌਕੇ ਨੂੰ ਲੈ ਕੇ। ਸੋ ਮੈਂ ਕਿਸਾਨ ਵੀਰਾਂ ਨੂੰ ਵੀ, ਕਿਸਾਨ ਜਥੇਬੰਦੀਆਂ ਨੂੰ ਵੀ, ਧਰਨੇ ਤੇ ਬੈਠੇ ਹੋਏ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ, ਸੰਯਮ ਰੱਖੋ, ਸੰਯਮ ਰੱਖੋ। ਉਸ ਅਕਾਲ ਪੁਰਖ ਦਾ ਨਾਮ ਜਪੋ, ਉਸ ਸੱਚੇ ਪਿਤਾ ਪਰਮੇਸ਼ਵਰ ਦਾ ਨਾਮ ਜਪੋ, ਪਰ ਸੰਯਮ ਰੱਖੋ। ਕਿਸੇ ਸੂਰਤ ਅੰਦਰ ਵੀ ਸੰਯਮ ਨਹੀਂ ਖੋਣਾ, ਮੇਰੀ ਹੱਥ ਜੋੜ ਕੇ ਬੇਨਤੀ ਆ। ਔਰ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ 'ਚ ਇਹੀ ਬੇਨਤੀ, ਜੋ ਜਿਹੜੀ ਅਰਦਾਸ ਹੈ, ਐਸੀ ਮਹਾਂਪੁਰਖ, ਐਸੀ ਕਰਨੇ ਵਾਲੇ ਸੰਤ, ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦਿਓ। ਔਰ ਇੱਕ ਐਸੀ ਦੁੱਖ ਭਰੀ ਘਟਨਾ, ਇੱਕ ਲਹਿਰ ਆ ਪੂਰੀ ਦੇਸ਼ ਔਰ ਦੁਨੀਆ ਦੇ ਅੰਦਰ। ਸੰਗਤ ਜੀ, ਸੰਯਮ ਰੱਖੋ, ਸੰਯਮ ਰੱਖੋ। ਦਿੱਲੀ ਦੇ ਕੁੰਡਲੀ ਬਾਰਡਰ ਉੱਤੇ ਧਰਨਾਕਾਰੀ ਕਿਸਾਨਾਂ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ। ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਲਈ ਨਿਰੰਤਰ ਲੰਗਰ ਅਤੇ ਹੋਰ ਸੇਵਾ ਕੀਤੀ ਜਾ ਰਹੀ ਹੈ। ਦੇਖੋ, ਅੱਜ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਮਹਾਨ ਸ਼ਹੀਦੀ ਪੁਰਬ ਆ। ਉਸੇ ਨੂੰ ਸਮਰਪਿਤ ਅੱਜ ਇਸ ਬਾਰਡਰ ਉੱਤੇ ਅੱਜ ਵਿਸ਼ੇਸ਼ ਤੌਰ ਤੇ ਇਹ ਕੀਰਤਨ ਸਮਾਗਮ ਕਰਾਇਆ ਜਾ ਰਿਹਾ, ਜਿੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇੱਥੇ ਲੰਗਰਾਂ ਦੀ ਸੇਵਾ, ਉੱਥੇ ਹੀ ਸਵੇਰ ਤੋਂ ਗੁਰਬਾਣੀ ਨਾਲ ਜੋੜਨ ਦੀ ਇੱਥੇ ਸੇਵਾ ਚੱਲਦੀ ਆ। ਔਰ ਅੱਜ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਗਏ ਨੇ ਇਸ ਕੁੰਡਲੀ ਬਾਰਡਰ ਉੱਤੇ, ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਮਹਾਨ ਸ਼ਹਾਦਤ ਨੂੰ ਸਮਰਪਿਤ ਆ। ਅਸੀਂ ਇਹ ਬੇਨਤੀ ਜੋਦੜੀ ਅਰਦਾਸ ਕਰਦੇ ਹਾਂ ਕਿ ਇਹ ਜੋ ਸਾਡਾ ਅੰਦੋਲਨ ਇੱਥੇ ਚੱਲਦਾ ਪਿਆ, ਕਿਸਾਨ ਭਰਾ ਬਹੁਤ ਸ਼ਿੱਦਤ ਨਾਲ ਇਸ ਨੂੰ ਲੜ ਰਹੇ ਨੇ, ਇਹਦੇ ਅੰਦਰ ਸੱਚੇ ਪਾਤਸ਼ਾਹ ਫਤਿਹ ਬਖਸ਼ਣ। ਔਰ ਇਸੇ ਤਰ੍ਹਾਂ ਜਿਸ ਤਰੀਕੇ ਹੁਣ ਤਾਈਂ ਚੜ੍ਹਦੀ ਕਲਾ ਦੇ ਅੰਦਰ ਇੱਥੇ ਪਹੁੰਚੇ ਨੇ, ਇਸੇ ਤਰ੍ਹਾਂ ਆਪਣੇ ਕਾਰਜ ਨੂੰ ਫਤਿਹ ਕਰਕੇ, ਤਿੰਨਾਂ ਬਿੱਲਾਂ ਨੂੰ ਰੱਦ ਕਰਾ ਕੇ ਤੇ ਆਪਣੇ ਘਰ ਸੁੱਖ ਸੁਖਾਨਾ ਪਹੁੰਚਣ। ਇਹਦੇ ਵਾਸਤੇ ਵਿਸ਼ੇਸ਼ ਤੌਰ ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਸਮਾਗਮ ਇੱਥੇ ਕਰਾਏ ਗਏ। ਦੇਖੋ, ਬਹੁਤ ਕੁਝ ਚੱਲ ਰਿਹਾ, ਜਿੱਥੇ ਗੁਰਬਾਣੀ ਦੇ ਲਗਾਤਾਰ ਪ੍ਰਵਾਹ ਚੱਲ ਰਹੇ ਨੇ, ਸੰਗਤਾਂ ਦੀਆਂ ਬੇਨਤੀ ਜੋਦੜੀ ਅਰਦਾਸ ਹੋ ਰਹੀਆਂ ਨੇ। ਠੀਕ ਆ, ਸਰਕਾਰਾਂ ਇਹਨੂੰ ਬੜੇ ਨਵੇਂ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀਆਂ, ਪਰ ਸਰਕਾਰ ਕਾਮਯਾਬ ਨਹੀਂ ਹੋ ਰਹੀ। ਅੱਜ ਦੇਸ਼ ਦੇ ਲੋਕ ਦੇਖ ਰਹੇ ਨੇ ਕਿ ਇਹ ਕਿਸਾਨੀ ਅੰਦੋਲਨ ਆ, ਇਸ ਤੋਂ ਬੜੇ ਸਾਰੇ ਨਾਮ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਰਕਾਰ ਉਹਨਾਂ ਸਾਰੇ ਚੀਜ਼ਾਂ 'ਚ ਨਾਕਾਮ ਹੋਈ ਆ। ਇਹ ਵੀ ਕਿਸਾਨਾਂ ਦੀ ਬੜੀ ਵੱਡੀ ਜਿੱਤ ਆ। ਇਸ ਤੋਂ ਪਹਿਲਾਂ ਜਦੋਂ ਵੀ ਇਸ ਤਰ੍ਹਾਂ ਦੇ ਅੰਦੋਲਨ ਹੋਏ, ਸਰਕਾਰ ਨੇ ਜਦੋਂ ਉਹਨਾਂ ਨੂੰ ਮੁਲਕ ਦੇ ਖਿਲਾਫ ਔਰ ਜਿਹੜਾ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਮੁਲਕ ਤੋੜਨ ਵਾਲੇ ਅੰਦੋਲਨ, ਉਹ 'ਚ ਸਰਕਾਰ ਕਾਮਯਾਬ ਹੋਈ ਸੀ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸਾਨ ਅੰਦੋਲਨ ਅੰਦਰ ਸਰਕਾਰ ਦੇ ਪੂਰੇ ਜ਼ੋਰ ਲਾਉਣ ਦੇ ਬਾਵਜੂਦ ਸਰਕਾਰ ਮੂੰਹ ਭਰਨੇ ਗਿਰੀ ਆ, ਪਰ ਇਸ ਅੰਦੋਲਨ ਨੂੰ ਮੁਲਕ ਦੇ ਖਿਲਾਫ ਸਾਬਤ ਕਰਨ 'ਚ ਨਾਕਾਮ ਹੋਈ ਆ। ਕਿਸਾਨੀ ਅੰਦੋਲਨ ਆ, ਕਿਸਾਨਾਂ ਦੇ ਵੱਲੋਂ ਆ, ਕਿਸਾਨਾਂ ਵਾਸਤੇ ਆ, ਕਿਸਾਨੀ ਹੱਕਾਂ ਵਾਸਤੇ। ਇਸ ਕਰਕੇ ਸਰਕਾਰ ਨੂੰ ਇਹ ਅੰਦੋਲਨ ਦੇ ਚੱਲਦੇ ਆਪਣੇ ਬਿੱਲ ਵਾਪਸ ਲੈਣੇ ਪੈਣਗੇ। ਇਹ ਜੋ ਕਿਸਾਨ ਅੰਦੋਲਨ ਇਸ ਸਮੇਂ ਦਿੱਲੀ ਦੇ ਬਾਰਡਰਾਂ ਤੇ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੀ, ਜਨਰਲ ਸੈਕਟਰੀ ਹਰਮੀਤ ਸਿੰਘ ਕਾਲਕਾ ਜੀ ਦੀ ਅਗਵਾਈ ਹੇਠ ਇੱਥੇ ਬਹੁਤ ਹੀ ਇੱਕ ਵੱਡਾ ਉਪਰਾਲਾ ਹੈ ਜੋ ਲੰਗਰਾਂ ਦੀ ਕੀਤਾ ਗਿਆ। ਅੱਜ 50,000 ਸੰਗਤਾਂ ਦੇ ਲੰਗਰ ਛਕ ਰਹੀਆਂ ਨੇ ਦਿਨ ਰਾਤ। ਉੱਥੇ ਹੀ ਇੱਥੇ ਕਿਸਾਨਾਂ ਦੇ ਰਹਿਣ ਦੀ ਵਿਵਸਥਾ ਪੂਰੀ ਕੀਤੀ ਗਈ ਹੈ, ਤਾਂ ਕਿ ਜਿਹੜੇ ਕਿਸਾਨ ਤੇ ਆਪਣੇ ਟਰਾਲੀਆਂ 'ਚ ਆਏ ਨੇ, ਠੀਕ ਹੈ, ਜਿਹੜੇ ਆਪਣੇ ਮੋਟਰਸਾਈਕਲਾਂ ਤੇ ਆਏ ਨੇ, ਉਹਨਾਂ ਕੋਲ ਰਹਿਣ ਦੀ ਵਿਵਸਥਾ ਨਹੀਂ ਸੀ, ਉਹ ਸਾਹਮਣੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਨਾਲ ਹੀ ਇੱਥੇ ਮੈਡੀਕਲ ਦਾ ਵੀ ਪ੍ਰਬੰਧ ਰੱਖਿਆ ਗਿਆ ਤਾਂ ਕਿ ਕੋਈ ਕਿਸਾਨ ਵੀ ਨੂੰ ਛੋਟੀ ਮੋਟੀ ਕੋਈ ਪਰੇਸ਼ਾਨੀ ਜੇ ਉਹ ਪਰੇਸ਼ਾਨੀ ਇੱਥੇ ਹੀ ਹੱਲ ਹੋ ਜਾਣ। ਅੱਜ ਇੱਥੇ ਸੰਗਤਾਂ ਲਈ ਇਹ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਅਸੀਂ ਇੱਥੇ ਮਨਾ ਰਹੇ ਹਾਂ ਤਾਂ ਕਿ ਸੰਗਤਾਂ ਆਪਣੇ ਗੁਰੂ ਨਾਲ ਜਿਸ ਵੀ ਮਰਜ਼ੀ ਅਵਸਥਾ ਕਿਤੇ ਵੀ ਕਿਸੇ ਵੀ ਪਰੇਸ਼ਾਨੀ 'ਚ ਹੋਣ, ਲੇਕਿਨ ਆਪਣੇ ਗੁਰੂ ਦਾ ਦਿਹਾੜਾ ਪਰਬ ਉਹ ਹਮੇਸ਼ਾ ਵੱਧ ਚੜ੍ਹ ਕੇ ਮਨਾਉਂਦੇ। ਅੱਜ ਆਪਣਾ ਦਿਹਾੜਾ ਜੋ ਹੈ ਸ਼ਹੀਦੀ ਪੁਰਬ ਇੱਥੇ ਮਨਾਏ ਜਾ ਰਹੇ ਨੇ। ਕਿਸਾਨ ਅੰਦੋਲਨ ਜਦ ਤੱਕ ਚੱਲੇਗਾ, ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਉਹਨਾਂ ਦੇ ਅੰਦੋਲਨ 'ਚ ਅਸੀਂ ਉਹਨਾਂ ਦਾ ਸਾਥ ਦਿਆਂਗੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਇੱਕ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਆ, ਅਗਰ ਉਹ ਇਹਨਾਂ ਕਿਸਾਨਾਂ ਵਾਸਤੇ ਇਸ ਸੰਘਰਸ਼ ਦੇ ਸਮੇਂ ਜਾਂ ਇਸ ਘੜੀ ਦੇ ਵਿੱਚ ਸ਼ਾਮਲ ਨਹੀਂ ਹੋਏਗੀ ਤਾਂ ਸਾਡਾ ਕੰਮ ਅਧੂਰਾ ਰਹਿ ਜਾਵੇਗਾ, ਕਿਉਂਕਿ ਇਹ ਸਾਡੀਆਂ ਸੰਸਥਾਵਾਂ, ਇਹਨਾਂ ਧਾਰਮਿਕ ਸੰਸਥਾਵਾਂ ਜਿਹੜੀਆਂ ਉਹ ਸਿੱਖਾਂ ਦੇ ਹੱਕਾਂ ਵਾਸਤੇ, ਉਹਨਾਂ ਦੇ ਨਾਲ ਜੋ ਵੀ ਅਨਿਆਂ ਹੁੰਦਾ ਜਾਂ ਉਹਨਾਂ ਦੇ ਕੋਈ ਵੀ ਇਸ ਸਮੇਂ ਦੇ ਵਿੱਚ ਕੋਈ ਉਹਨਾਂ ਨੂੰ ਲੋੜ ਪੈਂਦੀ ਆ ਤਾਂ ਸਾਡੀ ਧਾਰਮਿਕ ਸੰਸਥਾ ਦਾ ਫਰਜ਼ ਬਣਦਾ ਕਿ ਅਸੀਂ ਉਹਨੂੰ ਲੰਗਰ ਦਈਏ, ਉਹਨਾਂ ਦਾ ਰਹਿਣ ਵਾਸਤੇ ਪ੍ਰਬੰਧ ਕਰੀਏ। ਔਰ ਅੱਜ ਵੀ ਅਸੀਂ ਲਗਾਤਾਰ 23 ਦਿਨ ਤੋਂ ਉਹੀ ਪ੍ਰਬੰਧ ਕਰਦੇ ਆ ਰਹੇ ਹਾਂ। ਸੋ ਦੋਸਤੋ, ਅੱਜ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਪਾਰਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਪਾਰਟੀ ਦਫ਼ਤਰ ਵਿਖੇ ਕੀਰਤਨ ਸਮਾਗਮ ਆਯੋਜਨ ਕੀਤੇ ਗਏ। ਨਾਲ ਹੀ ਅਸੀਂ ਦੇਖਿਆ ਕਿਸਾਨ ਅੰਦੋਲਨ ਦੌਰਾਨ ਕਿਸ ਤਰ੍ਹਾਂ ਬਾਬਾ ਰਾਮ ਸਿੰਘ ਨੇ ਆਪਣੀ ਕੁਰਬਾਨੀ ਦਿੱਤੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨੇ ਹੀ ਪ੍ਰੋਗਰਾਮ ਗੁੰਜਾ ਸਿੱਖ ਵਿਰਸੇ ਲੈ ਕੇ ਫਿਰ ਆਪ ਜੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सोनी